Hello students, this is Ajitpal Singh from Apollo Academy Sangrur. So student, yesterday we have discussed about some properties of acids, or we can say some chemical reactions about acids. So as we have discussed that when acid reacts with metal, they give rise to hydrogen gas, and we have a test for hydrogen gas, that is to take a matchstick, a burning matchstick to the hydrogen gas, and we will have a pop sound in the result. So as we have discussed yesterday that when acids react with carbonates or bicarbonates, they will generate carbon dioxide gas. So we must have a test to test that the which gas is generating is carbon dioxide. क्योंकि बेटा कार्बन डाइऑक्साइड भी कलरलेस ਤੇ ਆਰਡਰਲੈਸ ਗੈਸ ਆ, ਤਾਂ ਆਪਾਂ ਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਵੀ ਉਹ ਕਾਰਬਨ ਡਾਈਆਕਸਾਈਡ ਗੈਸ ਹੈ ਜਾਂ ਕੋਈ ਹੋਰ ਗੈਸ ਆ। ਫਿਰ ਕੀ ਕੀਤਾ ਗਿਆ, ਉਸ ਨੂੰ ਟੈਸਟ ਕਰਨ ਲਈ ਆਪਾਂ ਇਹ ਟੈਸਟ ਕੀਤਾ। ਕਿਹੜਾ ਟੈਸਟ ਸੀ ਉਹ? ਲਾਈਮ ਵਾਟਰ ਟੈਸਟ। ਕਿਹੜਾ ਟੈਸਟ ਸੀਗਾ? ਲਾਈਮ ਵਾਟਰ ਟੈਸਟ। ਇਹ ਲਿਖ ਲਓ, ਨਾਲੇ ਡਾਇਗਰਾਮ ਜਿਹੜਾ ਬਣਾ ਲਓ। ਟੂ ਟੈਸਟ ਕਾਰਬਨ ਡਾਈਆਕਸਾਈਡ, ਜਿਹੜੀ ਕਿ ਕਿਹਦੀ ਰਿਐਕਸ਼ਨ ਚੋਂ ਨਿਕਲੀ ਸੀ? ਜਿਹੜੀ ਰਿਐਕਸ਼ਨ ਚੋਂ ਨਿਕਲੀ ਸੀ ਬੇਟਾ ਕਿਸੇ ਐਸਿਡ ਦੀ ਕਾਰਬੋਨੇਟ ਜਾਂ ਬਾਈਕਾਰਬੋਨੇਟ ਨਾਲ ਰਿਐਕਟ ਕਰਕੇ ਨਿਕਲੀ ਸੀ ਜਿਹੜੀ ਗੈਸ। ਕੀ ਕੀਤਾ ਗਿਆ ਬੇਟਾ? ਦੇਖੋ ਇਹ ਟੈਸਟ ਟਿਊਬ ਹੈ, ਇਹਦੇ ਵਿੱਚ ਇਹ ਇੱਥੇ ਬਾਈਕਾਰਬੋਨੇਟ ਜਾਂ ਸੋਡੀਅਮ ਕਾਰਬੋਨੇਟ ਜਾਂ ਬਾਈਕਾਰਬੋਨੇਟ ਪਾਇਆ ਗਿਆ, ਫਿਰ ਇਹਦੇ ਵਿੱਚ ਐਸਿਡ ਡਿਪ ਕੀਤਾ ਗਿਆ ਪੁੱਤਰ ਜੀ। ਤਾਂ ਜਦੋਂ ਇਹਦੇ ਵਿੱਚ ਐਸਿਡ ਪਾਇਆ ਗਿਆ ਤਾਂ ਇੱਕ ਗੈਸ ਜਨਰੇਟ ਹੋਈ। ਉਹ ਗੈਸ ਇਸ ਟਿਊਬ ਦੁਆਰਾ ਥਰੂ ਦਿਸ ਟਿਊਬ ਇਸ ਟੈਸਟ ਟਿਊਬ ਦੇ ਵਿੱਚ ਚਲੀ ਗਈ, ਜਿਸ ਦੇ ਵਿੱਚ ਸੀਗਾ ਕੈਲਸ਼ੀਅਮ ਹਾਈਡਰੋਕਸਾਈਡ। ਜਿਸ ਦੇ ਵਿੱਚ ਕੀ ਸੀਗਾ? ਕੈਲਸ਼ੀਅਮ ਹਾਈਡਰੋਕਸਾਈਡ, ਜਿਹਨੂੰ ਆਪਾਂ ਲਾਈਮ ਵਾਟਰ ਕਹਿੰਦੇ ਆ। ਹੁਣ ਬੇਟਾ ਕੀ ਰਿਐਕਸ਼ਨ ਹੋਈ? ਕੈਲਸ਼ੀਅਮ ਹਾਈਡਰੋਕਸਾਈਡ ਜਦੋਂ ਕਾਰਬਨ ਡਾਈਆਕਸਾਈਡ ਨਾਲ ਰਿਐਕਟ ਕਰੂਗੀ ਤਾਂ ਉਹ ਕੀ ਬਣਾਊਗੀ? ਉਹ ਬਣਾਊਗੀ ਕੈਲਸ਼ੀਅਮ ਕਾਰਬੋਨੇਟ। ਕੈਲਸ਼ੀਅਮ ਕਾਰਬੋਨੇਟ ਇਹ ਬੇਟਾ ਮਿਲਕੀ ਹੋ ਜਾਊਗਾ। ਇਹ ਜਿਹੜਾ ਵਾਟਰ ਹੈ ਇਹ ਕੀ ਹੋ ਜਾਊਗਾ? ਮਿਲਕੀ ਹੋ ਜਾਊਗਾ। ਤਾਂ ਇਹ ਮਿਲਕੀਨੈਸ ਆਫ ਵਾਟਰ ਆਪਾਂ ਨੂੰ ਇਹ ਦੱਸਦੀ ਆ ਵੀ ਜਿਹੜਾ ਇਹਦੇ ਵਿੱਚੋਂ ਪ੍ਰੋਡਕਟ ਨਿਕਲਿਆ ਦੈਟ ਵਾਜ਼ ਕਾਰਬਨ ਡਾਈਆਕਸਾਈਡ। ਜਿਹੜੀ ਗੈਸ ਨਿਕਲੀ ਸੀ, ਜਿਹੜੀ ਆਰਡਰਲੈਸ ਤੇ ਕਲਰਲੈਸ ਗੈਸ ਸੀ, ਉਹ ਕਾਰਬਨ ਡਾਈਆਕਸਾਈਡ ਗੈਸ ਸੀਗੀ। ਇਸ ਤੋਂ ਬਾਅਦ ਬੇਟਾ ਕੀ ਕੀਤਾ ਗਿਆ? ਕਹਿੰਦਾ ਜੀ ਇਹਨੂੰ ਬਹੁਤ ਜ਼ਿਆਦਾ ਟਾਈਮ ਤੱਕ ਆਪਾਂ ਇਸ ਤਰ੍ਹਾਂ ਹੀ ਲੰਘਾਈ ਜਾਈਏ, ਫਿਰ ਕੀ ਹੋਊਗਾ? ਫਿਰ ਇਹਦਾ ਜਿਹੜਾ ਮਿਲਕੀਨੈਸ ਆ ਉਹ ਖਤਮ ਹੋ ਜੂਗੀ। ਕਿਉਂ ਖਤਮ ਹੋ ਜੂ? ਉਹਦੇ ਲਈ ਇੱਕ ਦੂਸਰੀ ਰਿਐਕਸ਼ਨ ਹੈ, ਪ੍ਰੋਲੋਂਗਡ ਪਾਸਿੰਗ ਆਫ CO2। ਉਹ 'ਚ ਕੀ ਹੋਊਗਾ ਪੁੱਤਰ ਜੀ? ਇਹ ਤਾਂ ਆਪਣੇ ਕੋਲ ਬਣਿਆ ਹੋਇਆ, ਪ੍ਰੋਲੋਂਗ ਕਰਤੀ ਆਪਾਂ ਕੈਲਸ਼ੀਅਮ ਹਾਈਡਰੋਕਸਾਈਡ ਵਾਟਰ ਪਲੱਸ ਕਾਰਬਨ ਡਾਈਆਕਸਾਈਡ ਪ੍ਰੋਲੋਂਗ ਕਰਤਾ, ਤਾਂ ਕੀ ਬਣ ਜੂਗਾ? ਕੈਲਸ਼ੀਅਮ ਬਾਈਕਾਰਬੋਨੇਟ ਬਣ ਜੂਗਾ, CaHCO3 ਇਹਦੀ ਫਾਰਮੇਸ਼ਨ ਹੋ ਜੂ ਬੇਟਾ। ਦਿਸ ਵਿਲ ਫਾਰਮ। ਤੇ ਇਹ ਕੀ ਹੁੰਦਾ? ਇਹ ਸੋਲੂਬਲ ਹੁੰਦਾ। ਸੋਲੂਬਲ ਹੋਣ ਦਾ ਮਤਲਬ ਕੀ ਆ? ਮਤਲਬ ਜਿਹੜਾ ਇਹਦਾ ਮਿਲਕੀਨੈਸ ਆਈ ਸੀ ਉਹ ਖਤਮ ਹੋ ਜੂਗੀ। ਤਾਂ ਇਹਦੇ ਨਾਲ ਕੀ ਹੋ ਜੂ ਪੁੱਤਰ ਜੀ? ਮਿਲਕੀਨੈਸ ਆਪਣੀ ਖਤਮ ਹੋ ਜੂਗੀ। ਤਾਂ ਕਰਕੇ ਕੀ ਹੁੰਦਾ ਵੀ ਆਪਾਂ ਥੋੜੇ ਟਾਈਮ ਲਈ CO2 ਕੱਢਦੇ ਆ ਤੇ ਉਹਦੀ ਮਿਲਕੀਨੈਸ ਆ ਜਾਂਦੀ ਹੈ। ਜਦੋਂ ਆਪਾਂ ਬਹੁਤ ਜ਼ਿਆਦਾ ਟਾਈਮ ਲਈ CO2 ਕੱਢਾਂਗੇ ਤਾਂ ਉਹਦੀ ਮਿਲਕੀਨੈਸ ਖਤਮ ਹੋ ਜੂ। ਐਕਚੁਅਲ ਦੇ ਵਿੱਚ ਰਿਐਕਸ਼ਨ ਕੀ ਹੋਊਗੀ? ਜਿਹੜੀ ਉਹ ਐਕਚੁਅਲ ਚ ਰਿਐਕਸ਼ਨ ਹੋਊਗੀ, ਉਸ ਤੋਂ ਪਹਿਲਾਂ ਤੁਸੀਂ ਇਹ ਬਣਾ ਲਿਓ, ਠੀਕ ਹੈ? ਉਸ ਤੋਂ ਪਹਿਲਾਂ ਤੁਸੀਂ ਇਹ ਡਾਇਗਰਾਮ ਬਣਵਾ ਲਿਓ। ਤੇ ਜਿਹੜੀ ਐਕਚੁਅਲ ਰਿਐਕਸ਼ਨ ਹੋਊ ਤਾਂ ਇਹਦੇ ਵਿੱਚ ਦੋ ਰਿਐਕਸ਼ਨਸ ਹੋਣਗੀਆਂ। ਜਿਹੜੀ ਫਸਟ ਰਿਐਕਸ਼ਨ ਹੈ ਉਹ ਤਾਂ ਆਇਡੈਂਟੀਫਾਈ ਕਰ ਦੂਗੀ ਵੀ ਆਪਣੇ ਕੋਲ ਕਾਰਬਨ ਡਾਈਆਕਸਾਈਡ ਪ੍ਰੈਜ਼ੈਂਟ ਹੈ। ਦੇਖੋ ਆਪਾਂ ਕੀ ਕੀਤਾ, ਤਿੰਨ ਰਿਐਕਸ਼ਨਾਂ ਨੇ। ਸਭ ਤੋਂ ਪਹਿਲਾਂ ਆਪਾਂ HCl Na2CO3 ਪਾਇਆ। ਉਹਨੇ ਕੀ ਕੀਤਾ ਬੇਟਾ? ਉਹਨੇ ਆਪਣੇ ਕੋਲ NaCl H2O CO2 ਪੈਦਾ ਕੀਤੀ, ਠੀਕ ਹੈ? ਹੁਣ ਇਹ ਜਿਹੜੀ CO2 ਸੀ ਇਹਨੂੰ ਆਪਾਂ ਲਾਈਮ ਵਾਟਰ ਚੋਂ ਕੱਢਿਆ। ਲਾਈਮ ਵਾਟਰ ਕੀ ਸੀ? ਕੈਲਸ਼ੀਅਮ ਹਾਈਡਰੋਕਸਾਈਡ plus CO2, it will give rise to calcium carbonate plus water plus H2O। ਹੁਣ ਕੀ ਹੋਇਆ? ਜਿਹੜਾ ਇਹ ਬਣ ਗਿਆ, ਜੇ ਆਪਾਂ ਇਹਦੇ ਵਿੱਚ ਪ੍ਰੋਲੋਂਗ ਕਾਰਬਨ ਡਾਈਆਕਸਾਈਡ ਪਾਈ ਜਾਈਏ, ਅਗੇਨ ਦੁਬਾਰਾ ਫਿਰ ਕਾਰਬਨ ਡਾਈਆਕਸਾਈਡ ਪਾ ਦਈਏ, ਫਿਰ ਕੀ ਬਣ ਜੂਗਾ? ਫਿਰ ਕੈਲਸ਼ੀਅਮ ਬਾਈਕਾਰਬੋਨੇਟ ਬਣ ਜੂਗਾ। ਇਹ ਕਰ ਦੂਗਾ ਮਿਲਕੀਨ ਕਲਰ। ਇਹ 'ਚ ਕੀ ਹੋ ਜੂਗਾ? ਕਲਰ ਮਿਲਕੀ ਕਲਰ ਡਿਸਅਪੀਅਰ। ਠੀਕ ਹੈ? ਤਾਂ ਇਹ ਕੁਐਸਚਨ ਆਉਂਦਾ ਹੁੰਦਾ, ਇਹ MCQ 'ਚ ਵੀ ਆਊਗਾ ਤੁਹਾਨੂੰ। ਇਹ ਤਿੰਨ ਰਿਐਕਸ਼ਨਾਂ ਬਹੁਤ ਇੰਪੋਰਟੈਂਟ ਨੇ। ਪਹਿਲਾ ਕੁਐਸਚਨ ਇੱਥੋਂ ਕੀ ਬਣਦਾ ਬੇਟਾ? which gas will generate when a acid react with carbonate or bicarbonate? You know carbon dioxide gas। second question ਕੀ ਬਣੂਗਾ? how will you test that the gas generated is carbon dioxide? ਉਹਦੇ ਲਈ ਤੁਸੀਂ ਆ ਰਿਐਕਸ਼ਨ ਲਿਖੋਗੇ ਵੀ ਟਰਨ ਮਿਲਕੀ
ठीक है, लाइम वाटर टर्न्स मिल्की, लाइम वाटर टर्न्स मिल्की, ये आ जाऊगा कैल्शियम कार्बोनेट बन जू। फिर वो पूछूगा व्हाट विल हैपन टू द लाइम वाटर व्हेन इट टर्न्स मिल्की इफ वी पास कार्बन डाइऑक्साइड फॉर अ लार्जर टाइम, prolong ਆਪਾਂ ਕਾਰਬਨ ਡਾਈਆਕਸਾਈਡ ਕੱਢੀਏ ਤਾਂ the milkiness of the solution will disappear because it will form ਕੀ ਫਾਰਮ ਕਰ ਦੂਗਾ ਕੈਲਸ਼ੀਅਮ ਬਾਈਕਾਰਬੋਨੇਟ ਫਾਰਮ ਕਰ ਦੂਗਾ। ਉਸ ਦੀ ਰਿਐਕਸ਼ਨ ਤੁਸੀਂ ਆ ਸਾਰੇ ਦੇ ਵਿੱਚ ਦੁਬਾਰਾ ਕਾਰਬਨ ਡਾਈਆਕਸਾਈਡ ਪਾ ਕੇ ਇਹ ਰਿਐਕਸ਼ਨ, ਠੀਕ ਹੈ ਬੇਟਾ। ਡਾਇਗਰਾਮ ਆਪਾਂ ਇਹਦੀ ਪਹਿਲਾਂ ਲਾਸਟ ਦੇ ਵਿੱਚ ਪਿੱਛੇ ਥੋੜਾ ਜਿਹਾ ਟਾਈਮ ਪਹਿਲਾਂ ਆਪਾਂ ਡਿਸਕਸ ਕਰ ਚੁੱਕੇ ਹਾਂ। ਸੋ ਦਿਸ ਵਾਸ ਟੂ ਟੈਸਟ ਦਾ ਕਾਰਬਨ ਡਾਈਆਕਸਾਈਡ ਗੈਸ which is generating when we react carbon acid with any carbonate or bicarbonate। next ਆ ਜਾਂਦਾ ਬੇਟਾ ਆਪਾਂ ਕੰਡਕਸ਼ਨ। ਕੰਡਕਸ਼ਨ ਕੀ ਹੈ? ਕੰਡਕਸ਼ਨ ਦਾ ਮਤਲਬ ਆ ਵੀ ਕੀ ਐਸਿਡਸ ਇਲੈਕਟ੍ਰਿਸਿਟੀ ਨੂੰ ਆਪਦੇ ਵਿੱਚੋਂ ਪਾਸ ਹੋਣ ਦਿੰਦੇ ਨੇ ਜਾਂ ਨਹੀਂ ਹੋਣ ਦਿੰਦੇ। ਤੁਹਾਨੂੰ ਕੀ ਲੱਗਦਾ ਵੀ ਐਸਿਡ ਆਪਦੇ ਵਿੱਚੋਂ ਇਲੈਕਟ੍ਰਿਸਿਟੀ ਪਾਸ ਹੋਣ ਦੇਣਗੇ ਜਾਂ ਨਹੀਂ ਹੋਣ ਦੇਣਗੇ? ਮੈਂ ਤੁਹਾਨੂੰ ਇੱਕ ਹਿੰਟ ਦੇ ਦਿੰਦਾ ਕਿ ਜਿਹੜੇ ਐਸਿਡਸ ਹੁੰਦੇ ਨੇ ਨਾ, ਉਹ ਐਸਿਡਸ ਦੋ ਤਰ੍ਹਾਂ ਦੇ ਐਟਮਸ ਦੇ ਬਣੇ ਹੁੰਦੇ ਨੇ, ਇੱਕ ਕੈਟਾਇਨ ਹੋ ਗਿਆ, ਇੱਕ ਐਨਾਇਨ ਹੋ ਗਿਆ, ਆਬਵੀਅਸਲੀ HCl ਹੋ ਗਿਆ। ਇਹ ਡਿਸੋਸੀਏਟ ਹੋ ਜਾਂਦਾ ਹੈਗਾ ਜਦੋਂ ਇਹਦੇ ਵਿੱਚ ਵਾਟਰ ਪਾਇਆ ਜਾਂਦਾ ਪਲੱਸ ਵਾਟਰ, ਤਾਂ ਇਹ ਡਿਸੋਸੀਏਟ ਹੋ ਜਾਊਗਾ। ਕੀ ਚ ਡਿਸੋਸੀਏਟ ਹੋ ਜੂ? H ਪੋਜ਼ਿਟਿਵ ਤੇ Cl ਨੈਗੇਟਿਵ ਦੇ ਵਿੱਚ। ਐਕਚੁਅਲ ਦੇ ਵਿੱਚ H ਪੋਜ਼ਿਟਿਵ ਦੇ ਵਿੱਚ ਨਹੀਂ ਡਿਸੋਸੀਏਟ ਹੁੰਦਾ, ਇਹ ਡਿਸੋਸੀਏਟ ਹੁੰਦਾਗਾ ਮਤਲਬ ਇੱਕ ਵਾਰ ਡਿਸੋਸੀਏਟ ਹੋ ਜੂ, ਉਸ ਤੋਂ ਬਾਅਦ ਇਹ H ਪੋਜ਼ਿਟਿਵ ਦੁਬਾਰਾ ਵਾਟਰ ਨਾਲ ਰਿਐਕਟ ਕਰਕੇ ਕੀ ਬਣਾ ਲੂਗਾ? H3O ਪੋਜ਼ਿਟਿਵ ਬਣਾਊਗਾ। ਇਹਦਾ ਮਤਲਬ ਆਇਓਨਾਈਜੇਸ਼ਨ ਹੋਗੀ। ਐਸਿਡਸ ਆਰ ਆਇਨਿਕ ਕੰਪਾਊਂਡਸ। ਇੱਥੋਂ ਇਹ ਚੀਜ਼ ਪਤਾ ਲੱਗ ਗਈ, ਇੱਥੋਂ ਆਪਾਂ ਨੂੰ ਕੀ ਪਤਾ ਲੱਗ ਗਿਆ? ਐਸਿਡ ਦੇ ਜਿਹੜੇ ਆਇਨਿਕ ਕੰਪਾਊਂਡਸ ਨੇ ਤੇ ਅਕੋਰਡਿੰਗ ਟੂ ਯੂ ਜਿਹੜੇ ਆਇਨਿਕ ਕੰਪਾਊਂਡਸ ਹੋਣਗੇ ਕੀ ਉਹ ਇਲੈਕਟ੍ਰਿਸਿਟੀ ਪਾਸ ਕਰਨ ਦੇਣਗੇ ਆਪਣੇ ਆਪ ਚੋਂ? ਯੈਸ, ਕਿਉਂਕਿ ਉਹਨਾਂ ਦੇ ਆਇਨਸ ਮੂਵ ਕਰ ਸਕਦੇ ਨੇ। ਇਲੈਕਟ੍ਰਿਸਿਟੀ ਕਦੋਂ ਪਾਸ ਹੁੰਦੀ ਹੈ ਕਿਸੇ ਚੀਜ਼ ਚੋਂ? ਇਲੈਕਟ੍ਰਿਸਿਟੀ ਬੇਟਾ ਉਦੋਂ ਪਾਸ ਹੁੰਦੀ ਆ ਜਦੋਂ ਉਹਦੇ ਵਿੱਚ ਕੈਰੀਅਰਸ ਹੋਣ ਕਿਸੇ ਚੀਜ਼ ਦੇ ਵਿੱਚ। ਉਹ ਕੈਰੀਅਰਸ ਕੀ ਹੋ ਸਕਦੇ ਨੇ? ਇਲੈਕਟ੍ਰੋਨ ਹੋ ਸਕਦੇ ਨੇ, ਆਇਨਸ ਹੋ ਸਕਦੇ ਨੇ। ਇਲੈਕਟ੍ਰੋਨਸ ਤੇ ਆਇਨਸ ਸੇਮ ਕੰਮ ਸ਼ੋ ਕਰਦੇ ਨੇ, ਤਾਂ ਇਹਦੇ ਵਿੱਚ ਵੀ ਆਇਨਸ ਬਣ ਗਏ। ਇਹਦੇ ਵਿੱਚ ਕਿਹੜਾ ਆਇਨ ਬਣ ਗਿਆ? ਜਦੋਂ ਆਪਾਂ ਬੇਟਾ HCl ਨੂੰ ਵਾਟਰ ਦੇ ਵਿੱਚ ਮਿਕਸ ਕੀਤਾ ਤਾਂ ਆਪਣੇ ਕੋਲ ਇੱਕ ਵਾਰ ਤਾਂ HCl ਦਾ H ਅਲੱਗ ਹੋ ਗਿਆ, Cl ਨੈਗੇਟਿਵ ਅਲੱਗ ਹੋ ਗਿਆ, ਬਟ ਇਹ ਜਿਹੜਾ H ਪੋਜ਼ਿਟਿਵ ਸੀ ਇਟ ਵਾਸ ਹਾਈਲੀ ਰਿਐਕਟਿਵ, ਤਾਂ ਕਰਕੇ ਇਹ ਵਾਟਰ ਦੇ ਨਾਲ ਰਿਐਕਟ ਕਰਕੇ H3O ਪੋਜ਼ਿਟਿਵ ਆਇਨ ਬਣਾ ਲੂਗਾ। ਇਹਦਾ ਮਤਲਬ ਜੇ ਆਪਾਂ ਆ ਰਿਐਕਸ਼ਨ ਲਿਖੀਏ HCl H2O ਤਾਂ ਆਪਣੇ ਕੋਲ ਰਿਜ਼ਲਟ ਆਊਗਾ H3O ਪੋਜ਼ਿਟਿਵ Cl ਨੈਗੇਟਿਵ। This is the answer and this is called hydronium ion। ਹਾਂਜੀ, ਹੁਣ ਮੇਰੀ ਇੱਕ ਗੱਲ ਸੁਣੋ, ਧਿਆਨ ਨਾਲ ਸੁਣੋ। ਹਾਈਡਰੋਨੀਅਮ ਆਇਨ ਜਾਂ H ਪੋਜ਼ਿਟਿਵ ਆਇਨ, ਦੋਨਾਂ ਚੋਂ ਕਿਹੜਾ ਆਨਸਰ ਸਹੀ ਆ? ਵੀ ਐਸਿਡਿਕ ਐਸਿਡ ਵਾਂਗੂ ਬਿਹੇਵ ਕਰਦਾ। ਦੋਨੇ ਆਨਸਰ ਸਹੀ ਨੇ ਬੇਟਾ। ਐਸਿਡ ਇੱਕ ਐਸਿਡ ਵਾਂਗੂ ਸਿਰਫ ਵਾਟਰ ਵਿੱਚ ਬਿਹੇਵ ਕਰਦਾਗਾ। ਜੇ ਆਪਾਂ ਐਸਿਡ ਨੂੰ ਵਾਟਰ ਦੇ ਵਿੱਚ ਨਾ ਮਿਲਾਈਏ ਤਾਂ ਉਹ ਐਸਿਡ ਨਹੀਂ ਹੋਊਗਾ। ਕਿਉਂ ਨਹੀਂ ਹੋਊਗਾ? ਕਿਉਂਕਿ ਐਸਿਡ ਇੱਕ ਆਇਨਿਕ ਕੰਪਾਊਂਡ ਆ ਅਤੇ ਆਇਨਿਕ ਕੰਪਾਊਂਡ ਬਿਨਾ ਵਾਟਰ ਤੋਂ ਡਿਸੋਸੀਏਟ ਨਹੀਂ ਹੋ ਸਕਦਾ, ਬਿਨਾ ਵਾਟਰ ਤੋਂ ਡਿਸੋਸੀਏਟ ਨਹੀਂ ਹੋ ਸਕਦਾ। ਗੱਲ ਸਮਝ ਆ ਰਹੀ ਹੈ ਤੁਹਾਨੂੰ? HCl ਕੰਪਾਊਂਡ ਬਿਨਾ ਵਾਟਰ ਤੋਂ ਡਿਸੋਸੀਏਟ ਨਹੀਂ ਹੋ ਸਕਦਾ। ਇਹਦਾ ਮਤਲਬ ਉਹ ਆਇਨਸ ਨਹੀਂ ਸੈਪਰੇਟ ਕਰ ਸਕਦਾ। ਜੇ ਉਹ ਆਇਨਸ ਨਹੀਂ ਸੈਪਰੇਟ ਕਰ ਸਕਦਾ ਤਾਂ ਉਹ ਇੱਕ ਕੰਡਕਟਰ ਵੀ ਨਹੀਂ ਹੋ ਸਕਦਾ, ਤਾਂ ਉਹ ਇੱਕ ਐਸਿਡ ਵੀ ਨਹੀਂ ਹੋ ਸਕਦਾ। ਐਸਿਡ ਬਿਹੇਵੀਅਰ ਕਿਸੇ ਚੀਜ਼ ਦਾ ਐਸਿਡਿਕ ਬਿਹੇਵੀਅਰ ਉਹਦੇ H ਪੋਜ਼ਿਟਿਵ ਆਇਨ ਤੇ ਡਿਪੈਂਡ ਕਰਦਾ, ਤੇ H ਪੋਜ਼ਿਟਿਵ ਆਇਨ ਇਕੱਲਾ ਤਾਂ ਰਹੂਗਾ ਨਹੀਂ, ਪਾਣੀ ਨਾਲ ਰਿਐਕਟ ਕਰਕੇ ਕੀ ਬਣ ਜੂ? H3O ਪੋਜ਼ਿਟਿਵ। ਇਹਦਾ ਮਤਲਬ ਦੋਵੇਂ ਆਨਸਰ ਸਹੀ ਨੇ, ਠੀਕ ਹੈ। ਵਾਟਰ ਦੇ ਵਿੱਚ ਹਾਈਡਰੋਨੀਅਮ ਆਇਨ ਨੈਚੁਰਲ ਬਿਨਾ ਵਾਟਰ ਤੋਂ ਜੇ ਆਪਾਂ ਕਹਿ ਸਕੀਏ ਡਿਸੋਸੀਏਸ਼ਨ ਕੀ ਚ ਹੋਊਗੀ ਤਾਂ H ਪੋਜ਼ਿਟਿਵ ਚ। ਇਹ H ਪੋਜ਼ਿਟਿਵ ਹੀ ਐਸਿਡ ਦਾ ਐਸਿਡ ਹੋਣ ਦਾ ਰੀਜ਼ਨ ਹੈ। ਉਹ ਐਸਿਡ ਆ ਕਿਉਂਕਿ ਉਹ H ਪੋਜ਼ਿਟਿਵ ਆਇਨ ਛੱਡ ਰਿਹਾ, ਤੇ ਇਨ ਟਰਨ ਜੇ ਉਹ ਪਾਣੀ 'ਚ ਛੱਡ ਰਿਹਾ ਤਾਂ ਉੱਥੇ ਹਾਈਡਰੋਨੀਅਮ ਆਇਨ ਬਣ ਗਿਆ। ਹੁਣ ਦੇਖੋ ਕੀਪ ਇਟ ਅਪਾਰਟ, ਇਹ ਆਪਾਂ ਅੱਗੇ ਵੀ ਡਿਸਕਸ ਕਰਾਂਗੇ। ਇੱਥੇ ਕੀ ਹੋਊਗਾ? ਮੈਂ ਬੇਟਾ ਦੇਖੋ ਕੀ ਕੀਤਾ, ਮੈਂ ਇੱਥੇ ਇੱਕ ਕਾਰਕ ਲਿਆ। ਕਾਰਕ ਨਾਨ ਕੰਡਕਟਿੰਗ ਹੁੰਦਾ, ਠੀਕ ਹੈ, ਇਨਸੂਲੇਟਰ ਹੁੰਦਾ। ਉਹਦੇ ਵਿੱਚ ਦੋ ਮੈਟਲ ਉਹ ਕੱਢੀਆਂ, ਠੀਕ ਹੈ, ਲਾਈਕ ਨੇਲਸ ਕੱਢੀਆਂ। ਉਹ ਨੇਲਸ ਨੂੰ ਕੀ ਕੀਤਾ ਬੇਟਾ ਜੀ? ਇਹ ਪਹਿਲਾਂ ਇਹਨੂੰ ਮਟੇ ਦੋ, ਆਪਾਂ ਹਜੇ ਐਸਿਡ ਪਾਇਆ ਨਹੀਂ, ਠੀਕ ਹੈ। ਉਹ ਨੇਲਸ ਨੂੰ ਆਪਾਂ ਕਨੈਕਟ ਕਰਦਾ ਬੈਟਰੀ ਨਾਲ। ਬੈਟਰੀ ਦੇਖੋ, ਬੈਟਰੀ ਦਾ ਪੋਜ਼ਿਟਿਵ ਹਿੱਸਾ ਇਹ ਨੇਲ ਨਾਲ ਕਨੈਕਟ ਹੋ ਗਿਆ, ਠੀਕ ਹੈ। ਇਸ ਨੇਲ ਨਾਲ
एक बल्ब कनैक्ट हो गया ते नेगेटिव हिस्सा कनैक्ट हो गया, मतलब सर्किट पूरा हो गया। हुण आपां की कीता, आपां स्विच ऑन कीती, बल्ब जगया नहीं, बल्ब नहीं जगया, पर मैं की कीता, इह च डाइल्यूट एसिड पाता, कोई भी H2SO4 पाता, HCl पाता, कोई भी पाता, बल्ब जग गया। ਇਹਦਾ मतलब की हो गया, एसिड्स आर गुड कंडक्टर ऑफ इलेक्ट्रिसिटी। वो क्यों होए? क्योंकि उन्हां दी आयोनाइजेशन हो जाती है, क्योंकि वो की बना लेंदे ने, आपदे आयंस बना लेंदे ने, आयंस बनाउण नाल उन्हां नूं इलेक्ट्रिसिटी उन्हां विचों पास हो जाती है। ठीक है बेटा, तो ये डायग्राम भी बना लो टू चेक द कंडक्टिविटी, एक एक्टिविटी भी आ कंडक्टिविटी चेक करने वास्ते। ठीक है, नाउ वेरी इंपॉर्टेंट थिंग, किहड़े एसिड किहड़े आयन फॉर्म करनगे, ਜਾਂ ਫਿਰ ਆਪਾਂ ਕਹਿ ਦਈਏ ਐਸਿਡ ਦੀ ਆਇਓਨਾਈਜੇਸ਼ਨ ਕਿਸ ਤਰ੍ਹਾਂ ਦੀ। HCl ਜਦੋਂ ਆਇਓਨਾਈਜ਼ ਹੋਊਗਾ ਬੇਟਾ, ਆਇਓਨਾਈਜ਼ ਉਹ ਹੋਊ H ਪੋਜ਼ਿਟਿਵ ਤੇ Cl ਨੈਗੇਟਿਵ ਦੇ ਵਿੱਚ ਆਇਓਨਾਈਜ਼। ਠੀਕ ਹੈ, H2SO4 ਜਦੋਂ ਆਇਓਨਾਈਜ਼ ਹੋਊਗਾ ਉਹ ਹੋਊਗਾ 2H ਪੋਜ਼ਿਟਿਵ ਪਲੱਸ SO4 2 ਨੈਗੇਟਿਵ ਦੇ ਵਿੱਚ ਆਇਓਨਾਈਜ਼, ਜਾਂ ਫਿਰ ਇਹਨੂੰ ਆਇਓਨਾਈਜੇਸ਼ਨ ਨੂੰ ਆਪਾਂ ਡਿਸੋਸੀਏਸ਼ਨ ਵੀ ਕਹਿ ਦਿੰਦੇ ਹਾਂ, डिसोसिएशन, डिसोसिएशन। ठीक है जी, दोनों मतलब सेम। HNO3 होगा बेटा जी H पॉजिटिव प्लस NO3 नेगेटिव दे विच आयोनाइज। हुण ये आयोनाइज तो हो जाणगे, बट की ये वाटर तो बिना आयोनाइज हो सकते हैं? मैं ਤੁਹਾਨੂੰ ਪਹਿਲਾਂ ਬਹੁਤ ਵਾਰ ਦੱਸ ਚੁੱਕਿਆ, ਇਹ ਵਾਟਰ ਤੋਂ ਬਿਨਾ ਆਇਓਨਾਈਜ਼ ਨਹੀਂ ਹੋ ਸਕਦੇ। ਇਹਦਾ ਮਤਲਬ ਜੇ ਵਾਟਰ ਤੋਂ ਬਿਨਾ ਆਇਓਨਾਈਜ਼ ਨਹੀਂ ਹੋ ਸਕਦੇ ਤਾਂ ਇਹ ਐਸਿਡ ਵੀ ਨਹੀਂ ਬਣ ਸਕਦੇ ਵਿਦਆਊਟ ਵਾਟਰ। ਜੇ ਪਾਣੀ ਤੋਂ ਬਿਨਾ ਐਸਿਡ ਨਹੀਂ ਬਣ ਸਕਦੇ, ਆਪਾਂ ਨੂੰ ਕਿਵੇਂ ਪਤਾ ਲੱਗਿਆ ਵੀ ਇਹ ਪਾਣੀ ਤੋਂ ਬਿਨਾ ਐਸਿਡ ਨਹੀਂ ਬਣ ਸਕਦੇ? ਉਹਦੇ ਲਈ ਇੱਕ ਐਕਸਪੈਰੀਮੈਂਟ ਕੀਤਾ ਗਿਆ। ਦੇਖੋ ਉਹ ਐਕਸਪੈਰੀਮੈਂਟ ਕੀ ਸੀ। ਉਹ ਐਕਸਪੈਰੀਮੈਂਟ ਸੀ ਬੇਟਾ, ਸਲਫਿਊਰਿਕ ਐਸਿਡ ਦੇ ਵਿੱਚ ਸੋਡੀਅਮ ਕਲੋਰਾਈਡ ਸਾਲਟ ਪਾਤਾ, ਉਹਦੇ ਵਿੱਚੋਂ ਕੀ ਹੋਇਆ, HCl गैस निकली, HCl की निकली गैस, ये दो रिएक्शंस होईयां। आओ उतार लो, ये उतार लो बोर्ड ते अज जिन्ना भी कुछ मैं लिखूंगा सारा उतारते जाओ। ठीक है, कुछ ना छड्डियो, ये उतार लो। इस तो बाद की करना तुसीं, जिहड़ा आपां रिएक्शन करनी है वो है H2SO4 जिहड़ा कि लिक्विड सी प्लस NaCl पाया, इस दे विच जिहड़ा कि सॉलिड सी। इहने की बनाया, इहने बनाया बेटा सोडियम हाइड्रोजन सल्फेट प्लस HCl ਜਿਹੜੀ ਕਿ ਗੈਸ ਸੀ, ਇਹ ਐਕਵਸ ਸੀਗਾ ਤੇ H2SO4 ਵੀ ਐਕਵਸ ਸੀਗਾ। ਠੀਕ ਹੈ, ਐਕਵਸ ਮਤਲਬ ਲਿਕਵਿਡ। ਇਹ ਗੈਸ ਬਣ ਗਈ। ਇਹ ਗੈਸ ਬੇਟਾ ਜਦੋਂ ਇਹਦੇ ਵਿੱਚੋਂ ਫਿਊਮਸ ਨਿਕਲੀਆਂ ਉਸ ਗੈਸ ਦੀਆਂ, ਆਪਾਂ ਡਰਾਈ ਲਿਟਮਸ ਪੇਪਰ ਲੈ ਆਂਦੇ। ਦੇਖੋ ਇਹਦੇ ਕੋਲ ਆਪਾਂ ਕੀ ਲੈ ਕੇ ਆਏ, ਡਰਾਈ ਲਿਟਮਸ ਪੇਪਰ। ਹੁਣ ਆਪਾਂ ਨੂੰ ਤਾਂ ਇਹ ਲੱਗਦਾ ਵੀ HCl ਆ ਤਾਂ ਉਹ ਐਸਿਡ ਹੀ ਹੋਣਾ ਚਾਹੀਦਾਗਾ, ਤਾਂ ਉਹ ਲਿਟਮਸ ਪੇਪਰ ਦਾ ਕਲਰ ਉਹਨੇ ਰੈੱਡ ਕਰ ਦੇਣਾ ਚਾਹੀਦਾ, ਉਹਨੂੰ कर देना चाहिए रेड, बट उत्थे कोई कलर चेंज नहीं आया। लिटमस पेपर दे विच कोई कलर चेंज नहीं आया, तां नहीं आया क्योंकि वो उत्थे HCl एक गैस सीगी ते गैस दे जिहड़े आयंस ने एक दूजे नाल इन्नी चंगी तरह नाल बॉन्ड सी, एक मॉलिक्यूल कि वो टुੱਟਿਆ नहीं ते उन्हें H पॉजिटिव आयन डोनेट नहीं कीता, उन्हें H पॉजिटिव आयन छड्डिया नहीं। जे उन्हें H पॉजिटिव आयन नहीं छड्डिया, इसदा मतलब की हो गया बेटा, इसदा मतलब हो गया भी वो एसिड नहीं है। पर जदों आपां की कीता, इत्थे आपां करदी ना HCl गैस, इत्थे गैस प्लस लिटमस पेपर, नो कलर चेंज, कोई कलर चेंज नहीं आया बेटा, नो कलर चेंज हैज बीन ऑब्जर्व। बट जदों आपां यही HCl गैस वेट लिटमस पेपर ते पाई, किते पाई, वेट लिटमस पेपर ते, तां कलर टर्न्स रेड। तां जिहड़ा रंग सी लिटमस पेपर दा वो लाल हो गया। क्यों हो गया? क्योंकि इत्थे की होगा जदों आपां वेट ते पावांगे, कलर टर्न्स रेड तां होगा क्योंकि उन्हां नूं पानी मिल गया। हुण बेटा जी उन्हां की मिल गया, ਉਹਨੂੰ ਪਾਣੀ ਮਿਲ ਗਿਆ। ਪਾਣੀ ਕਰਕੇ ਜਦੋਂ ਉਹ ਗੈਸ ਪਾਣੀ ਦੇ ਸੰਪਰਕ ਚ ਆਈ, ਮਤਲਬ ਹਾਈਡਰੇਟਡ ਹੋਈ। ਕੀ ਹੋਈ? ਹਾਈਡਰੇਟਡ। ਉਹਨੇ ਆਇਨਸ ਉਹਦੇ ਬਣ ਗਏ, H ਪੋਜ਼ਿਟਿਵ ਅਲੱਗ ਨਿਕਲ ਗਿਆ, Cl ਨੈਗੇਟਿਵ ਅਲੱਗ ਨਿਕਲ ਗਿਆ। H ਪੋਜ਼ਿਟਿਵ ਨੇ ਵਾਟਰ ਨਾਲ ਰਿਐਕਟ ਕਰਕੇ ਹਾਈਡਰੋਨੀਅਮ ਆਇਨ ਬਣਾ ਲਿਆ H3O ਪੋਜ਼ਿਟਿਵ।
ਉਹਦੇ ਕਰਕੇ ਕਲਰ ਚੇਂਜ ਆਇਆ ਤੇ ਉਹਨੇ ਆਪਦਾ ਐਸਿਡਿਕ ਬਿਹੇਵੀਅਰ ਸ਼ੋ ਕਰਤਾ। ਇਹ ਚੀਜ਼ ਖਾਸ ਖਿਆਲ ਚ ਰੱਖਣੀ, ਠੀਕ ਹੈ ਬੇਟਾ। ਤਾਂ ਇਹ ਚੀਜ਼ ਆਪਣੀ ਇਹ ਸੀ। ਨਾਓ ਨੈਕਸਟ ਆਪਾਂ ਕਹਿ ਰਹੇ ਹਾਂ ਵੀ ਜੇ ਆਪਾਂ ਪਾਣੀ ਪਾਵਾਂਗੇ ਮਤਲਬ ਹਨਾ, ਫਿਰ ਕਿਤੇ ਜਾ ਕੇ ਆਪਣੇ ਕੋਲ ਐਸਿਡਿਕ ਬਿਹੇਵੀਅਰ ਸ਼ੋ ਹੋਊ। ਮਤਲਬ ਜਿੰਨਾ ਟਾਈਮ ਕੋਈ ਕੈਮੀਕਲ ਜਿਹੜਾ ਐਸਿਡਿਕ ਹੈਗਾ ਉਹ ਲਿਕੁਇਡ ਫੇਸ 'ਚ ਨਹੀਂ ਆਊ, ਉਹਨਾਂ ਟਾਈਮ ਉਹ ਐਸਿਡ ਨਹੀਂ ਹੋ ਸਕਦਾ। ਤਾਂ ਕੀ ਆਪਾਂ ਜ਼ਿਆਦਾ ਪਾਣੀ ਪਾਵਾਂਗੇ ਤਾਂ ਉਹ ਜ਼ਿਆਦਾ ਐਸਿਡਿਕ ਬਣ ਜਾਊਗਾ। ਜੇ ਆਪਾਂ ਜ਼ਿਆਦਾ ਪਾਣੀ ਪਾਵਾਂਗੇ ਤਾਂ ਉਹ ਜ਼ਿਆਦਾ ਐਸਿਡਿਕ ਬਣ ਜੂ, ਉਹਦੀ ਐਸਿਡਿਕ ਸਟਰੈਂਥ ਇਨਕਰੀਜ਼ ਹੋ ਜੂਗੀ ਜੇ ਆਪਾਂ ਜ਼ਿਆਦਾ ਐਸਿਡ ਪਾਣੀ ਪਾਵਾਂਗੇ। ਨਹੀਂ ਬੇਟਾ, ਉਹਨੂੰ ਆਪਾਂ ਕਹਾਂਗੇ ਡਿਲੂਸ਼ਨ। ਐਡਿੰਗ of water to an acid गलत है। adding of acid to water is called dilution। ਹੁਣ ਤੁਸੀਂ ਕਹੋਗੇ ਸਰ ਤੁਸੀਂ ਜਿਹੜੀ ਪਹਿਲੀ ਸਟੇਟਮੈਂਟ ਸੀ ਐਡਿੰਗ ਵਾਟਰ ਟੂ ਐਸਿਡ ਇਜ਼ ਕਾਲਡ ਡਾਇਲੂਸ਼ਨ। ਡਾਇਲੂਸ਼ਨ ਦਾ ਮਤਲਬ ਹੁੰਦਾ ਪਤਲਾ ਹੋ ਜਾਣਾ। ਪਤਲਾ ਹੋਣ ਦਾ ਮਤਲਬ ਉਹਦੀ ਐਸਿਡਿਕ ਸਟਰੈਂਥ ਘਟ ਜਾਣੀ। ਸੋ ਇਹ ਦੋ ਸਟੇਟਮੈਂਟਾਂ ਨੇ, ਫਰਕ ਸਿਰਫ ਇੱਕ ਅੱਖਰ ਦਾ ਫਰਕ ਆ, ਇੱਕ ਡਿਸਪਲੇਸ ਕੀਤਾ ਮੈਂ, ਪਰ ਇਹਨਾਂ ਚੋਂ ਇੱਕ ਸਟੇਟਮੈਂਟ ਸਹੀ ਹੈ, ਇੱਕ ਸਟੇਟਮੈਂਟ ਗਲਤ ਹੈ। ਡਿਲੂਸ਼ਨ causes weakening of acid। ਇਹ ਠੀਕ ਹੈ। ਜਦੋਂ ਵੀ ਆਪਾਂ ਡਿਲੂਟ ਕਰ ਦਾਂਗੇ ਐਸਿਡ ਨੂੰ ਤਾਂ ਐਸਿਡ ਦੀ ਸਟਰੈਂਥ ਘਟ ਜੂਗੀ, ਇਹ ਪੱਕੀ ਗੱਲ ਹੈ, ਇਹ ਜਮੀ ਸਹੀ ਗੱਲ ਹੈ, ਠੀਕ ਹੈ। ਹੁਣ ਦੇਖੋ ਇਹ ਦੋ ਦੇ ਵਿੱਚ ਕੀ ਫਰਕ ਆ। ਇੱਥੇ ਬੇਟਾ ਮੈਂ ਲਿਖਿਆ ਐਡਿੰਗ ਆਫ ਐਸਿਡ ਟੂ ਵਾਟਰ ਇਜ਼ ਕਾਲਡ ਡਿਲੂਸ਼ਨ, ਇਹ ਸਟੇਟਮੈਂਟ ਠੀਕ ਹੈ। ਐਡਿੰਗ ਵਾਟਰ ਟੂ ਐਸਿਡ ਇਜ਼ ਕਾਲਡ ਡਿਲੂਸ਼ਨ, ਇਹ ਸਟੇਟਮੈਂਟ ਗਲਤ ਹੈ। ਤੁਸੀਂ ਕਹੋਗੇ ਸਰ ਫਰਕ ਕੀ ਹੈ? ਫਰਕ ਆ ਬੇਟਾ ਤਰੀਕੇ ਦਾ। ਇੱਕ ਤਰੀਕੇ ਦੇ ਵਿੱਚ ਆਪਾਂ ਪਾਣੀ ਨੂੰ ਐਸਿਡ ਦੇ ਵਿੱਚ ਪਾ ਰਹੇ ਹਾਂ, ਆਹ ਤਰੀਕਾ, ਆਹ ਵਾਲਾ ਪਾਣੀ ਨੂੰ ਐਸਿਡ ਦੇ ਵਿੱਚ ਪਾ ਰਹੇ ਹਾਂ। ਇੱਕ ਤਰੀਕੇ ਦੇ ਵਿੱਚ ਆਪਾਂ ਐਸਿਡ ਨੂੰ ਪਾਣੀ ਦੇ ਵਿੱਚ ਪਾ ਰਹੇ ਹਾਂ। ਦੋਨੇ ਤਰੀਕਿਆਂ ਚੋਂ ਕਿਹੜਾ ਤਰੀਕਾ ਸਹੀ ਹੈ ਡਿਲੂਟ ਕਰਨ ਦਾ? ਇਹ ਤਰੀਕਾ ਸਹੀ ਹੈ ਜਦੋਂ ਆਪਾਂ ਐਸਿਡ ਨੂੰ ਪਾਣੀ ਦੇ ਵਿੱਚ ਪਾਵਾਂਗੇ। ਇਹਦੇ ਨਾਲ ਸਹੀ ਡਿਲੂਸ਼ਨ ਹੋਊਗੀ, ਇਹਦੇ ਨਾਲ ਤੁਹਾਡਾ ਕੋਈ ਨੁਕਸਾਨ ਨਹੀਂ ਹੋਣਾ, ਕਿਉਂਕਿ ਡਿਲੂਸ਼ਨ ਆਫ ਵਾਟਰ, ਡਿਲੂਸ਼ਨ ਆਫ ਐਸਿਡ ਇਜ਼ ਐਨ ਐਗਜ਼ੋਥਰਮਿਕ ਪ੍ਰੋਸੈਸ। ਕਾਫੀ ਜ਼ਿਆਦਾ ਐਗਜ਼ੋਥਰਮਿਕ ਪ੍ਰੋਸੈਸ ਹੁੰਦੀ ਆ, ਹੀਟ ਕਾਫੀ ਨਿਕਲਦੀ ਆ, ਠੀਕ ਹੈ। ਜੇ ਆਪਾਂ ਕਿਤੇ ਆ ਕਰਤਾ ਨਾ, ਪਾਣੀ ਐਸਿਡ ਚ ਪਾਤਾ, ਬੇਟਾ ਜੀ ਪੜਾਕਾ ਪੈ ਜਾਊਗਾ, ਉੱਥੇ ਸਪਲੈਸ਼ਸ ਪੈ ਜਾਣਗੀਆਂ, ਉਹ ਆਪਣੀਆਂ ਅੱਖਾਂ 'ਚ ਪੈ ਸਕਦੀਆਂ ਨੇ, ਆਪਣੇ ਸਕਿਨ ਤੇ ਪੈ ਸਕਦੀਆਂ ਨੇ, ਆਪਣੀ ਸਕਿਨ ਨੂੰ ਬਰਨ ਕਰ ਸਕਦੀਆਂ ਨੇ, ਆਪਾਂ ਨੂੰ ਕੋਈ ਵੀ ਵੱਡੇ ਤੋਂ ਵੱਡਾ ਨੁਕਸਾਨ ਪਹੁੰਚਾ ਸਕਦੀਆਂ ਨੇ। ਤਾਂ ਕਰਕੇ ਮੈਂ ਤੁਹਾਨੂੰ ਕਿਹਾ ਸੀ ਇਹ ਦੋ ਸਟੇਟਮੈਂਟਸ ਦੇ ਵਿੱਚੋਂ ਆਹ ਸਟੇਟਮੈਂਟ ਸਹੀ ਹੈ, ਇਹ ਸਟੇਟਮੈਂਟ ਗਲਤ ਹੈ। ਤੇ ਤਰੀਕਾ ਕਿਹੜਾ ਸਹੀ ਆ? ਤਰੀਕਾ ਸਹੀ ਆ ਐਸਿਡ ਨੂੰ ਪਾਣੀ ਦੇ ਵਿੱਚ ਪਾਓ, ਨਾ ਕਿ ਪਾਣੀ ਨੂੰ ਐਸਿਡ ਦੇ ਵਿੱਚ ਪਾਓ। ਉਹ ਰੋਂਗ ਤਰੀਕਾ ਡਿਲੂਟ ਕਰਨ ਦਾ। ਡਿਲੂਸ਼ਨ ਕੀ ਹੋਈ ਫਿਰ? ਡਿਲੂਸ਼ਨ ਦਾ ਮਤਲਬ ਹੋਇਆ ਜਦੋਂ ਆਪਾਂ ਐਸਿਡ ਤੇ ਵਾਟਰ ਨੂੰ ਮਿਕਸ ਕਰਦੇ ਆ ਤੇ ਐਸਿਡ ਦੀ ਸਟਰੈਂਥ ਨੂੰ ਘਟਾ ਦਿੰਦੇ ਆ, ਦੈਟ ਇਜ਼ ਕਾਲਡ ਡਿਲੂਸ਼ਨ, ਠੀਕ ਹੈ। ਉਹ ਕਿਵੇਂ ਕਰਨੀ ਹੈ ਮੈਂ ਤੁਹਾਨੂੰ ਦੱਸਤਾ। ਆਹ ਡਾਇਗਰਾਮ ਵੀ ਬਣਾ ਲਓ, ਹਾਊ ਟੂ ਡਿਲੂਟ ਐਨ ਐਸਿਡ। ਬੜੀ ਇੰਪੋਰਟੈਂਟ ਡਾਇਗਰਾਮ ਆ, ਬੜਾ ਇੰਪੋਰਟੈਂਟ ਕੁਐਸਚਨ ਆ। ਕੁਐਸਚਨ ਕਿਵੇਂ ਆਊਗਾ? ਕੁਐਸਚਨ ਆਊ can we put water into acid or acid into water for dilution? Why? Give the reason. The reason is because it is in an exothermic process. If we put water in acid, it can cause the acid splashes, ठीक है, the acid splashes and explosion which can cause acid splashes to our eyes, to our skin and to our clothes। ਉਹਦਾ ਆਨਸਰ ਹੈ, ਠੀਕ ਹੈ ਬੇਟਾ। ਤਾਂ ਡਿਲੂਸ਼ਨ ਨਾਲ ਕੀ ਹੋਊਗਾ? ਐਸਿਡ ਦੀ ਸਟਰੈਂਥ ਘਟ ਜੂਗੀ। ਕਿਉਂ ਘਟ ਜੂਗੀ ਐਸਿਡ ਦੀ ਸਟਰੈਂਥ? ਡਿਲੂਸ਼ਨ ਨਾਲ ਐਸਿਡ ਦੀ ਸਟਰੈਂਥ ਕਿਉਂ ਘਟ ਜੂ? ਬੇਟਾ ਡਿਲੂਸ਼ਨ ਨਾਲ ਐਸਿਡ ਦੀ ਸਟਰੈਂਥ ਤਾਂ ਘਟ ਜੂ ਕਿਉਂਕਿ ਡਿਲੂਸ਼ਨ ਨਾਲ ਕੀ ਹੋਊਗਾ? ਡਿਲੂਸ਼ਨ ਨਾਲ ਜਿਹੜੇ H ਪੋਜ਼ਿਟਿਵ ਆਇਨ ਨੇ
ਉਹ ਦੂਰ ਦੂਰ ਹੋ ਜਾਣਗੇ। ਜਿੰਨਾ ਡਿਲੂਟ ਕਰਾਂਗੇ, ਜਿੰਨਾ ਪਾਣੀ ਪਾਵਾਂਗੇ, ਵੋਲਿਊਮ ਇਨਕਰੀਜ਼ ਕਰ ਜੂਗਾ। ਹੁਣ ਇਮੇਜਿਨ ਕਰੋ ਐਸਿਡਿਕ ਸਟਰੈਂਥ ਤੇ ਡਿਲੂਸ਼ਨ ਨਾਲ ਕੀ ਫਰਕ ਪਊਗਾ, ਤਾਂ ਆਪਾਂ ਇਮੇਜਿਨੇਸ਼ਨ ਕਰਦੇ ਹਾਂ। ਆਪਾਂ ਗੱਲ ਕਰਦੇ ਹਾਂ HCl ਦੀ ਜਾਂ H2SO4 ਜਿਹੜੇ ਕੀ ਨੇ ਸਟਰੋਂਗ ਐਸਿਡ ਨੇ। ਇਹ ਕੀ ਨੇ ਸਟਰੋਂਗ, ਇਹਨਾਂ ਦੀ ਗੱਲ ਕਰਦੇ ਹਾਂ। ਦੇਖੋ ਕਿਤੇ ਮੇਰੇ ਕੋਲ ਇੰਨਾ ਐਸਿਡ ਸੀ, ਇਹ ਪਿਓਰ ਐਸਿਡ ਆ, ਇਹ ਐਸਿਡ ਹੀ ਐਸਿਡ ਆ ਸਾਰਾ। ਇਹਦੇ ਵਿੱਚ H ਪੋਜ਼ਿਟਿਵ ਆਇਨ ਬਹੁਤ ਨੇੜੇ ਨੇੜੇ ਪਏ ਨੇ। ਆ ਇਮੇਜਿਨ ਕਰ ਲਓ ਵੀ H ਪੋਜ਼ਿਟਿਵ ਆਇਨ ਨੇ, ਇੰਨੇ ਕਿਸੇ ਦੇ H ਪੋਜ਼ਿਟਿਵ ਆਇਨ ਨੇ ਕਾਫੀ ਨੇੜੇ ਪਏ ਨੇ। ਇੱਕ ਮੈਂ ਹੋਰ ਲੈ ਲਿਆ, ਉਹਦੇ ਵਿੱਚ ਮੈਂ ਪਾਣੀ ਮਤਲਬ ਡਿਲੂਟ ਕਰਤਾ। ਉਹਨੂੰ ਡਿਲੂਟ ਕਿਵੇਂ ਕੀਤਾ, ਉਸ ਤਰ੍ਹਾਂ ਨਾਲ ਹੀ ਕੀਤਾ, ਠੀਕ ਹੈ। ਤਾਂ ਉਹਦਾ ਵੋਲਿਊਮ ਜ਼ਿਆਦਾ ਹੋ ਗਿਆ। ਹੁਣ ਐਸਿਡ ਤਾਂ ਉਨਾ ਕੀ ਸੀ, ਵੋਲਿਊਮ ਵੱਧ ਗਿਆ, ਇਹਦਾ ਮਤਲਬ ਜਿਹੜੇ H ਪੋਜ਼ਿਟਿਵ ਆਇਨ ਨੇ ਦੂਰ ਦੂਰ ਹੋ ਗਏ। ਜਦੋਂ H ਪੋਜ਼ਿਟਿਵ ਆਇਨ ਦੂਰ ਦੂਰ ਹੋ ਗਏ ਇੱਕ ਦੂਜੇ ਤੋਂ, ਕਿਤੇ ਤਾਂ ਉਹ ਬਹੁਤ ਜ਼ਿਆਦਾ ਕਲੋਜ਼ ਸੀਗੇ, ਕਿਤੇ ਉਹ ਦੂਰ ਦੂਰ ਹੋ ਗਏ, ਇਹਦਾ ਮਤਲਬ ਐਸਿਡਿਕ ਸਟਰੈਂਥ ਕੀ ਹੋਗੀ, ਘਟ ਗਈ। ਇਹਦਾ ਮਤਲਬ ਕੀ ਹੋ ਗਿਆ, ਐਸਿਡਿਕ ਸਟਰੈਂਥ ਘਟ ਗਈ, ਕਿਉਂਕਿ ਆਪਾਂ ਜਗ੍ਹਾ ਖੁੱਲੀ ਕਰਤੀ। ਜਗ੍ਹਾ ਖੁੱਲੀ ਕਰਨ ਨਾਲ ਡੈਂਸਿਟੀ ਘਟ ਗਈ। ਡੈਂਸਿਟੀ ਘਟਣ ਨਾਲ ਆਪਣੇ ਕੋਲ ਜਿਵੇਂ ਆਪਾਂ ਕਹਿ ਦਈਏ ਵੀ ਪਹਿਲਾਂ ਮੈਂ ਇੱਕ 10 ਬਾਈ 10 ਮੀਟਰ ਬਾਈ 10 ਮੀਟਰ ਦੇ ਰੂਮ 'ਚ 100 ਬੱਚੇ ਖੜੇ ਕੀਤੇ ਹੋਏ ਸੀ, ਤਾਂ ਉਹ ਬਹੁਤ ਕਲੋਜ਼ ਸੀਗੇ, ਤੇ ਜੇ ਮੈਂ ਉਹਨਾਂ 'ਚੋਂ ਲੰਘਣ ਦੀ ਕੋਸ਼ਿਸ਼ ਕਰਦਾ ਤਾਂ ਮੈਨੂੰ ਕਾਫੀ ਮੁਸ਼ੱਕਤ ਕਰਨੀ ਪੈਂਦੀ। ਹੁਣ ਮੈਂ 100 ਬਾਈ 100 ਦਾ ਰੂਮ ਆ, 100 ਮੀਟਰ ਇੰਟੂ 100 ਮੀਟਰ ਦਾ, ਉਹ 'ਚ ਵੀ ਮੈਂ 100 ਬੱਚੇ ਖੜੇ ਕੀਤੇ, ਉਹਨਾਂ ਬੜੀ ਦੂਰ ਦੂਰ ਖੜੇ ਨੇ, ਜੇ ਮੈਂ ਉਹਨਾਂ 'ਚ ਲੰਘਣਾ ਹੋਵੇ ਤਾਂ ਮੈਨੂੰ ਕੋਈ ਦਿੱਕਤ ਨਹੀਂ ਪਾ ਹੋਊਗੀ। ਤਾਂ ਸਟਰੈਂਥ ਕੀ ਹੋ ਗਿਆ, ਕਿਉਂਕਿ H ਪੋਜ਼ਿਟਿਵ ਆਇਨ ਉਨੇ ਹੀ ਨੇ ਤੇ ਉਹ ਦੂਰ ਹੋ ਗਏ, ਤਾਂ ਐਸਿਡਿਕ ਸਟਰੈਂਥ ਘਟ ਗਈ, ਤਾਂ ਉਹ ਚੀਜ਼ ਡਿਲੂਟ ਹੋ ਗਈ। ਬਟ ਇਹ ਕੇਸ ਸੀਗਾ ਸਟਰੋਂਗ ਐਸਿਡ ਦਾ, HCl H2SO4। ਸਟਰੋਂਗ ਐਸਿਡ ਦੀ ਇੱਕ ਪ੍ਰੋਪਰਟੀ ਹੁੰਦੀ ਆ, ਉਹ ਕੰਪਲੀਟਲੀ ਡਿਸੋਸੀਏਟਡ ਹੁੰਦੇ ਨੇ। ਸਟਰੋਂਗ ਐਸਿਡ ਆਰ ਕੰਪਲੀਟਲੀ ਡਿਸੋਸੀਏਟਡ। ਉਹਨਾਂ ਨੂੰ ਡਿਸੋਸੀਏਸ਼ਨ ਕਰਨ ਲਈ ਹੋਰ એનર્ਜੀ ਦੇਣ ਦੀ ਲੋੜ ਨਹੀਂ ਪੈਂਦੀ, ਹੋਰ ਕੁਝ ਕਰਨ ਦੀ ਲੋੜ ਨਹੀਂ ਪੈਂਦੀ। ਉਹ ਪਹਿਲਾਂ ਹੀ ਬਸ ਇੱਕ ਵਾਰ ਪਾਣੀ 'ਚ ਗਏ, ਉਹ ਨਾਲ ਦੀ ਨਾਲ ਡਿਸੋਸੀਏਟਡ ਨੇ, ਕੰਪਲੀਟਲੀ ਡਿਸੋਸੀਏਟਡ। ਹੁਣ ਆਪਾਂ ਗੱਲ ਕਰਦੇ ਹਾਂ ਵੀਕ ਐਸਿਡ ਦੀ। ਵੀਕ ਐਸਿਡਸ ਦਾ ਜਦੋਂ ਆਪਾਂ ਡਿਲੂਸ਼ਨ ਕਰਾਂਗੇ ਤਾਂ ਕੀ ਹਾਲ ਹੋਊਗਾ। ਵੀਕ ਐਸਿਡ ਕਿਹੜਾ ਹੋ ਗਿਆ, ਐਸੀਟਿਕ ਐਸਿਡ। ਵੀਕ ਹੁੰਦਾ ਹੈ ਬੇਟਾ। ਵੀਕ ਦੀ ਜਦੋਂ ਆਪਾਂ ਡਿਲੂਸ਼ਨ ਕਰਾਂਗੇ, ਆਬਵੀਅਸਲੀ ਡਿਲੂਸ਼ਨ ਨਾਲ ਕੀ ਹੋਊਗਾ, ਐਸਿਡ ਦੀ ਸਟਰੈਂਥ ਤਾਂ ਡਿਕਰੀਜ਼ ਹੋਊਗੀ। ਇੱਥੇ ਵੀ ਐਸਿਡ ਸਟਰੈਂਥ ਡਿਕਰੀਜ਼ ਹੋਊ, ਬਟ ਇੱਥੇ ਇੱਕ ਐਕਸੈਪਸ਼ਨ ਹੋ ਜਾਊਗੀ। ਇੱਥੇ ਐਕਸੈਪਸ਼ਨ ਕੀ ਹੋਊਗੀ, ਇੱਥੇ ਬੇਟਾ H ਪੋਜ਼ਿਟਿਵ ਆਇਨ ਵੱਧ ਜਾਣਗੇ ਨਾਲ। ਜਿਵੇਂ ਜਿਵੇਂ ਡਿਲੂਸ਼ਨ ਹੋਊ ਤਿਵੇਂ ਤਿਵੇਂ H ਪੋਜ਼ਿਟਿਵ ਆਇਨ ਇਨਕਰੀਜ਼ ਕਰਨਗੇ, ਪਰ ਕਿਉਂਕਿ ਡਿਲੂਸ਼ਨ ਦੇ ਹਿਸਾਬ ਨਾਲ H ਪੋਜ਼ਿਟਿਵ ਆਇਨ ਬਹੁਤ ਘੱਟ ਇਨਕਰੀਜ਼ ਕਰਨਗੇ, ਤਾਂ ਵੀ ਸਟਰੈਂਥ ਤਾਂ ਡਿਕਰੀਜ਼ ਹੀ ਕਰੂਗੀ। H ਪੋਜ਼ਿਟਿਵ ਆਇਨ ਇਨਕਰੀਜ਼ ਕਿਉਂ ਕਰਨਗੇ, ਕਿਉਂਕਿ ਬੇਟਾ ਜਿਹੜੇ ਵੀਕ ਐਸਿਡ ਹੁੰਦੇ ਨੇ ਉਹਨਾਂ ਦੀ ਪ੍ਰੋਪਰਟੀ ਹੁੰਦੀ ਆ, ਉਹ ਕਦੇ ਵੀ ਕੰਪਲੀਟਲੀ ਡਿਸੋਸੀਏਟਡ ਨਹੀਂ ਹੁੰਦੇ। ਜਿਵੇਂ ਜਿਵੇਂ ਆਪਾਂ ਉਹ 'ਚ ਪਾਣੀ ਪਾਵਾਂਗੇ, ਪਾਣੀ ਉਹਨਾਂ ਨੂੰ ਹੋਰ ਡਿਸੋਸੀਏਟ ਕਰੀ ਜਾਊਗਾ, ਹੋਰ ਡਿਸੋਸੀਏਟ ਕਰੀ ਜਾਊਗਾ। ਬਟ ਪਾਣੀ ਪਾਉਣ ਨਾਲ ਜਾਂ ਫਿਰ ਉਹਨਾਂ ਨੂੰ ਡਿਲੂਟ ਕਰਨ ਨਾਲ, ਸੌਰੀ ਪਾਣੀ ਨਹੀਂ ਪਾਉਣਾ ਉਹਨਾਂ 'ਚ ਪਾਣੀ ਤਾਂ ਜਮੀ ਨਹੀਂ ਪਾਉਣਾ, ਉਹਨਾਂ ਨੂੰ ਪਾਣੀ 'ਚ ਪਾਉਣਾ। ਡਿਲੂਟ ਕਰਨ ਨਾਲ ਵੋਲਿਊਮ ਵੀ ਇਨਕਰੀਜ਼ ਹੋਊਗਾ, ਤੇ ਵੋਲਿਊਮ ਇਨਕਰੀਜ਼ ਹੋਣ ਨਾਲ ਕੀ ਹੋਊਗਾ, ਜਿਹੜੇ ਪਾਰਟੀਕਲਸ ਨੇ H ਪੋਜ਼ਿਟਿਵ ਆਇਨ ਉਹ ਦੂਰ ਦੂਰ ਚਲੇ ਜਾਣਗੇ। ਇਵੈਂਚੁਅਲੀ ਸਟਰੈਂਥ ਤਾਂ ਡਿਕਰੀਜ਼ ਹੋਊ, ਬਟ H ਪੋਜ਼ਿਟਿਵ ਆਇਨ ਇਨਕਰੀਜ਼ ਹੋਣਗੇ। H ਪੋਜ਼ਿਟਿਵ ਆਇਨ ਕੀ ਹੋਣਗੇ, ਇਨਕਰੀਜ਼ ਹੋਣਗੇ। ਸਟਰੈਂਥ ਡਿਕਰੀਜ਼ ਹੋਊ ਇਨ ਕੇਸ ਆਫ ਵੀਕ ਐਸਿਡ। ਇਨ ਕੇਸ ਆਫ ਸਟਰੋਂਗ ਐਸਿਡ H ਪੋਜ਼ਿਟਿਵ ਆਇਨ ਉਨੇ ਹੀ ਰਹਿਣਗੇ ਤੇ ਸਟਰੈਂਥ ਡਿਕਰੀਜ਼ ਹੋਊ, ਕਿਉਂਕਿ ਸਟਰੋਂਗ ਐਸਿਡਸ ਪਹਿਲਾਂ ਹੀ ਡਿਸੋਸੀਏਟਡ ਹੁੰਦੇ ਨੇ, ਵੀਕ ਐਸਿਡ ਟਾਈਮ ਬਾਅਦ ਡਿਸੋਸੀਏਟਡ ਹੁੰਦੇ ਨੇ ਥੋੜੇ ਜਿਹੇ, ਠੀਕ ਹੈ। ਉਹ ਜਿੰਨਾ ਆਪਾਂ ਉਹਨੂੰ ਡਿਲੂਟ ਕਰਾਂਗੇ ਉਹਨੇ ਡਿਸੋਸੀਏਸ਼ਨ ਵਧੀ ਜਾਊ, ਪਰ ਨਾਲ ਦੀ ਨਾਲ ਵੋਲਿਊਮ ਵੀ ਵਧੀ ਜਾਊ। ਸਟਰੈਂਥ ਡਿਕਰੀਜ਼ ਹੋਊ, H ਪੋਜ਼ਿਟਿਵ ਆਇਨ ਇਨਕਰੀਜ਼ ਹੋਣਗੇ। ਇਹ ਟੇਬਲ ਬਣਾ ਲਓ। ਟੇਬਲ ਬਣਾਓ ਔਨ dilution, strong acid, थले लिख लो weak acid, ठीक है। H positive, number of H positive है, number of H positive ions ਤੇ strength। number of H positive ion remain same, strength
decreases, ਘੱਟ ਐਸਿਡਿਕ ਹੋ ਜੂ। weak acid number of H positive ion increases but strength ਇਹਦੀ ਵੀ decrease ਹੀ ਹੋਊ। ਤੁਸੀਂ ਕਹੋਗੇ ਸਰ H positive ion increase ਕਰ ਗਏ ਫਿਰ strength decrease ਕਿਉਂ ਹੋਊਗੀ? strength depend ਕਰਦੀ ਹੈ H positive ion ਕਿੰਨੀ ਕੁ ਨੇੜੇ ਪਏ ਨੇ ਇੱਕ ਦੂਜੇ ਦੇ। dilution ਦਾ ਮਤਲਬ ਤਾਂ ਸੇਮ ਹੀ ਹੋ ਗਿਆ ਨਾ, ਆਇਨ ਤਾਂ ਦੂਰ ਦੂਰ ਜਾਣਗੇ। ਕੀ ਹੋਇਆ ਮੰਨ ਲਓ ਫੋਰ ਐਗਜ਼ਾਮਪਲ ਮੈਂ ਕੀ ਆਹ ਵਾਲੀ ਐਗਜ਼ਾਮਪਲ ਤਾਂ ਤੁਹਾਨੂੰ ਪਤਾ ਹੀ ਆ, ਇਸ ਐਗਜ਼ਾਮਪਲ ਦੇ ਵਿੱਚ ਮੈਂ ਕੀ ਕੀਤਾ, ਪਹਿਲਾਂ 10/10 ਦਾ ਰੂਮ ਸੀਗਾ, 10/10 ਦੇ ਰੂਮ 'ਚ ਮੈਂ 100 ਬੱਚਾ ਖੜਾ ਲਿਆ ਬੇਟਾ, ਕੋਈ ਪ੍ਰੋਬਲਮ ਨਹੀਂ, ਕਾਫੀ ਨੇੜੇ ਹੋਣਗੇ, ਸਟਰੈਂਥ ਹੋਊਗੀ ਕੁਝ। ਹੁਣ ਮੈਂ ਕੀ ਕੀਤਾ 100/100 ਦਾ ਗਰਾਊਂਡ ਲੈ ਲਿਆ, ਉਸ ਦੇ ਵਿੱਚ ਮੈਂ 110 ਬੱਚੇ ਖੜਾ ਲਏ, ਕੋਈ ਫਰਕ ਪਊਗਾ? ਸਟਰੈਂਥ ਤਾਂ ਜ਼ਿਆਦਾ ਫੈਲ ਜੂਗੀ ਨਾ। ਜੇ ਮੈਂ 10 ਬੱਚੇ ਐਕਸਟਰਾ ਵਿੱਚ ਐਡ ਵੀ ਕਰਤੇ ਤਾਂ ਵੀ ਮੈਂ ਉਹਦੇ ਵਿੱਚੋਂ ਆਰਾਮ ਨਾਲ ਨਿਕਲ ਲੂੰਗਾ। ਉਹ ਕੇਸ ਇੱਥੇ ਹੋਊਗਾ। ਨੋ ਡਾਊਟ H ਪੋਜ਼ਿਟਿਵ ਆਇਨ ਇਨਕਰੀਜ਼ ਕਰਨਗੇ, ਇੱਥੇ ਬੱਚੇ ਕੀ ਨੇ H ਪੋਜ਼ਿਟਿਵ ਆਇਨ, ਪਰ ਕਿਉਂਕਿ ਏਰੀਆ ਉਹਦਾ ਵੋਲਿਊਮ ਹੀ ਬਹੁਤ ਜ਼ਿਆਦਾ ਵਾਜੂ ਤਾਂ ਵੀ ਉਹਦੀ ਸਟਰੈਂਥ ਕੀ ਹੋ ਜੂਗੀ, ਡਿਕਰੀਜ਼ ਹੀ ਹੋਵੇਗੀ। ਤਾਂ ਇਹ ਚੀਜ਼ ਦਾ ਖਾਸ ਖਿਆਲ। ਠੀਕ ਹੈ ਬੇਟਾ ਜੀ, ਅੱਜ ਦਾ ਬੇਟਾ ਲੈਕਚਰ ਆਪਣਾ ਇੱਥੇ ਸਮਾਪਤ ਹੁੰਦਾ। ਐਸਿਡ ਬਾਰੇ ਆਪਾਂ ਲਗਭਗ ਸਾਰਾ ਕੁਝ ਪੜ੍ਹ ਚੁੱਕੇ ਹਾਂ। ਪੀਐਚ ਸਕੇਲ ਰਹਿ ਗਿਆ, ਪੀਐਚ ਸਕੇਲ ਦੀ ਆਪਾਂ ਐਟ ਦਾ ਐਂਡ ਦੀ ਗੱਲ ਕਰਾਂਗੇ। ਕੱਲ ਤੋਂ ਆਪਾਂ ਬੇਟਾ ਜੀ ਬੇਸ ਸ਼ੁਰੂ ਕਰਾਂਗੇ, ਬੇਸ ਦੇ ਕਰੈਕਟਰਿਸਟਿਕ ਤੇ ਬੇਸ ਦੀਆਂ ਰਿਐਕਸ਼ਨ। ਉਹ ਇਹ ਤੋਂ ਬਹੁਤ ਈਜ਼ੀ ਨੇਗੀਆਂ, ਉਹਦੀਆਂ ਜ਼ਿਆਦਾ ਰਿਐਕਸ਼ਨਸ ਨਹੀਂ ਹੈਗੀਆਂ। ਤਾਂ ਥੈਂਕ ਯੂ ਬੇਟਾ ਅੱਜ ਦੇ ਲਈ। ਦੈਟਸ ਇਟ ਫॉर ਟੁਡੇ।